ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਮਾਰਿਓ ਚਹੁ ਮੁਰਦੀ ਜੈ ਮਾਰੀ, ਔਰ ਭਾਵੈ ਤੋ ਰਾਖ ਜਿਵਾਰੀ। ਤੁਮਰੇ ਹਿਤ ਬਿਨਸੈ ਤਨ ਮੇਰੂ, ਬੜੇ ਭਾਗ ਆਪਣੇ ਤਬ ਹੇਰੂ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਅੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰਿਓ ਚਹੁ ਮੁਰਦੀ ਜੈ ਮਾਰੀ, ਔਰ ਭਾਵੈ ਤੋ ਰਾਖ ਜਿਵਾਰੀ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰੀਆਂ ਵਾਲਾ ਰੂਪ ਬਣਾਇਆ ਔਰ ਬਹੁਤ ਸਾਰੇ ਸਿੱਖ ਜਿਹੜੇ ਸਨ ਇਸ ਕੌਤਕ ਨੂੰ ਵੇਖ ਕੇ ਡਰ ਗਏ ਔਰ ਗੁਰੂ ਸਾਹਿਬ ਦਾ ਸਾਥ ਜਿਹੜੇ ਛੱਡ ਕੇ ਭੱਜ ਗਏ ਸਨ। ਕੇਵਲ ਭਾਈ ਲਹਿਣਾ ਜੀ ਖੜੇ ਨੇ ਔਰ ਭਾਈ ਲਹਿਣਾ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਸਤਿਗੁਰੂ ਕਿ ਇਸ ਤੁਹਾਡੇ ਸਵਾਂਗ ਤੋਂ ਰੂਪ ਤੋਂ ਸਿੱਖ ਜਿਹੜੇ ਬਹੁਤੇ ਹੀ ਹੈਰਾਨ ਹੋਏ ਨੇ। ਪਰ ਭਾਈ ਲਹਿਣਾ ਜੀ ਜਾਣਦੇ ਨੇ ਕਿ ਇਹ ਸਤਿਗੁਰੂ ਜੀ ਕਸੌਟੀ ਲਾ ਰਹੇ ਨੇ। ਭਾਈ ਲਹਿਣਾ ਜੀ ਕਹਿੰਦੇ ਸਤਿਗੁਰੂ ਜੀ ਕਸੌਟੀ ਜਿੰਨੀ ਮਰਜ਼ੀ ਲਾ ਲਓ, ਜੇ ਚਾਹੋ ਤੇ ਬੇਸ਼ੱਕ ਮਾਰ ਵੀ ਦਿਓ, ਕਿਉਂਕਿ ਮੇਰਾ ਹੁਣ ਮੇਰੇ ਵਿੱਚ ਕੁਝ ਨਹੀਂ। ਇਹ ਤਨ ਵੀ ਤੁਹਾਡਾ ਹੈ, ਮਨ ਵੀ ਤੁਹਾਡਾ ਹੈ, ਮੈਂ ਹੋ ਹੀ ਤੁਹਾਡਾ ਗਿਆਨ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਧੰਨ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿ ਰਹੇ ਨੇ, ਮਾਰਿਓ ਚਹੁ ਮੁਰਦੀ ਜੈ ਮਾਰੀ, ਔਰ ਭਾਵੇ ਤੋ ਰਾਖ ਜਿਵਾਰੀ। ਜੇ ਤੁਹਾਨੂੰ ਭਾਵੇਂ, ਤੁਹਾਨੂੰ ਚੰਗਾ ਲੱਗੇ ਭਾਵੇਂ ਮਾਰ ਮੁਕਾਓ, ਤੁਹਾਨੂੰ ਚੰਗਾ ਲੱਗੇ ਤੇ ਜਿੰਦਾ ਰੱਖ ਲਓ। ਤੁਮਰੇ ਹਿਤ ਬਿਨਸੈ ਤਨ ਮੇਰੂ, ਬੜੇ ਭਾਗ ਆਪਣੇ ਤਬ ਹੇਰੂ। ਭਾਈ ਲਹਿਣਾ ਜੀ ਕਹਿੰਦੇ ਨੇ ਸਤਿਗੁਰੂ ਜੀ, ਜੇ ਤੁਹਾਡੇ ਵਾਸਤੇ ਮੇਰਾ ਇਹ ਸਰੀਰ ਵੀ ਨਾਸ ਹੋ ਜੇ, ਸਰੀਰ ਦੇ ਵਿੱਚੋਂ ਪ੍ਰਾਣ ਵੀ ਤਿਆਗਣੇ ਪੈਣ, ਤੇ ਮੈਂ ਆਪਣੇ ਬੜੇ ਵੱਡੇ ਭਾਗ ਸਮਝਾਂਗਾ। ਇਹ ਲਾਲਸ ਉਰ ਰਹਿ ਸਦਾਈ, ਹੇਤ ਤੁਮਾਰੇ ਤਨ ਬਿਨਸਾਈ। ਸਗੋਂ ਮੇਰੇ ਤੇ ਮਨ ਵਿੱਚ ਹਰ ਵੇਲੇ ਲਾਲਸਾ ਹੀ ਇਹ ਹੈ ਕਿ ਸਤਿਗੁਰੂ ਜੀ ਤੁਹਾਡੇ ਵਾਸਤੇ ਮੇਰਾ ਸਰੀਰ ਜਿਹੜਾ ਉਹ ਮੈਂ ਨਾਸ ਕਰ ਦੇਣਾ ਚਾਹੁੰਦਾ। ਹਿਰਦੇ ਨਾ ਭਰਮੋ ਪਿਕ ਕਬ ਕੇਹੀ, ਅਬ ਕਿਉਂ ਸੰਗ ਅਰਬਿਓ ਇਹੀ। ਸਤਿਗੁਰੂ ਜੀ ਮੈਂ ਕਦੇ ਵੀ ਵੇਖ ਕੇ ਹਿਰਦੇ 'ਚ ਭਰਮ ਨਹੀਂ ਕੀਤਾ, ਤੇ ਜੇ ਤੁਹਾਡੀ ਕਿਰਪਾ ਰਵੇ, ਇਹ ਕਿਰਪਾ ਰੱਖੋਗੇ ਜਿਵੇਂ ਦਾ ਵੀ ਸੰਗ ਤੁਸੀਂ ਬਣਾਓ, ਉਸ ਸੰਗ ਨੂੰ ਵੇਖ ਕੇ ਮੈਂ ਕਦੇ ਭਰਮ ਵਿੱਚ ਪਵਾਂ ਵੀ ਨਾ। ਸੁਣ ਤੁਸਰੋਣ ਇਸ ਦਿਸ ਕਰ ਨੈਣਾ, ਨਰਕ ਨਿਵਾਰਣ ਬੋਲੇ ਨੈਣ ਬੈਨਾ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਆਪਣੇ ਸਿੱਖਾਂ ਨੂੰ ਨਰਕਾਂ ਤੋਂ ਬਚਾਉਣ ਵਾਲੇ ਨੇ, ਨਰਕਾਂ ਚੋਂ ਕੱਢਣ ਵਾਲੇ ਨੇ, ਆਪਣੇ ਨੇਤਰ ਭਾਈ ਲਹਿਣਾ ਜੀ ਵੱਲ ਕੀਤੇ ਤੇ ਭਾਈ ਲਹਿਣਾ ਜੀ ਵੱਲ ਵੇਖ ਕੇ ਸਤਿਗੁਰੂ ਜੀ ਬਚਨ ਕਰਦੇ ਨੇ, ਇਉਂ ਹੀ ਅਬ ਹਮਰੇ ਜੀ ਆਈ, ਮਾਨਵ ਪਾਸ ਨ ਮੋਹਿ ਸੁਹਾਈ। ਤੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਪੁਰਖਾ ਜੇ ਤੂੰ ਸਾਡੇ ਹਰ ਇੱਕ ਸਾਂਗ ਦੇ ਵਿੱਚ ਰਾਜੀ ਹੈ ਨਾ, ਤੇ ਫਿਰ ਸਾਡੇ ਚਿੱਤ ਵਿੱਚ ਹੁਣ ਇਹ ਹੀ ਆਈ ਹੈ ਕਿ ਕੱਲ੍ਹ ਤੱਕ ਹਜ਼ਾਰਾਂ ਦੀ ਭੀੜ ਪਿੱਛੇ ਸੀ, ਅੱਜ ਅਸੀਂ ਚਾਹੁੰਦੇ ਕਿ ਕੋਈ ਵੀ ਮਨੁੱਖ ਸਾਡੇ ਨੇੜੇ ਨਾ ਰਹੇ, ਤੂੰ ਵੀ ਚਲਾ ਜਾ। ਤੈਂ ਕਿਉਂ ਅੱਬੇ ਬਿਲੰਬ ਲਗਾਈ, ਹਟੋ ਸੰਗ ਤੇ ਜਾਹੋ ਭਲਾਈ। ਭਈ ਲੈਣਿਆ ਤੂੰ ਕਿਉਂ ਦੇਰ ਲਾਈ, ਤੂੰ ਇਕੱਲਾ ਹੀ ਰਹਿ ਗਿਆ, ਮੇਰਾ ਸਾਥ ਛੱਡ ਤੇ ਭੱਜ ਜਾ, ਚਲਾ ਜਾ ਤੂੰ। ਬਚਨ ਮਾਨ ਨਹਿ ਨਿਕਟ ਰਹੀਜੈ, ਸਾਥ ਸ਼ੂਰ ਕੈ ਗਮਨ ਕਰੀਜੈ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪੁਰਖਾ ਫਿਰ ਬਚਨ ਮੰਨ, ਸਾਡੇ ਕੋਲ ਨਾ ਖਲੋ, ਸਾਡਾ ਸਾਥ ਛੱਡ ਕੇ ਚਲਾ ਜਾ। ਸੁਣ ਲੈਣੇ ਵਿਚਾਰ ਕਰ ਜੋਰੇ, ਗੁਰੂ ਰਜਾਏ ਅਮੂਰ ਸਮੂਰੇ। ਇਹ ਸੁਣ ਕੇ ਭਾਈ ਲਹਿਣਾ ਜੀ ਨੇ ਹੱਥ ਵੀ ਜੋੜੇ, ਨਾਲੇ ਵਿਚਾਰ ਕੀਤੀ ਤੇ ਨਾਲੇ ਕਹਿੰਦੇ ਨੇ, ਸਤਿਗੁਰੂ ਜੀ ਤੁਹਾਡੀ ਰਜ਼ਾ ਜਿਹੜਾ ਮੋੜਦਾ ਹੈ ਉਹ ਅਮੋੜ ਹੈ, ਮੂਰਖ ਹੈ, ਤੁਹਾਡੀ ਰਜ਼ਾ ਨਹੀਂ ਮੋੜਾਂਗਾ। ਸਿਰ ਪਰ ਧਰੋ ਸਦਾ ਮੈਂ ਆਛੇ, ਅਸ ਕਹਿ ਗਮਣਿਓ ਲਹਿਣਾ ਪਾਛੇ। ਸਤਿਗੁਰੂ ਜੀ ਤੁਹਾਡੇ ਹਰ ਇੱਕ ਹੁਕਮ ਨੂੰ, ਹਰ ਇੱਕ ਬਚਨ ਨੂੰ ਆਪਣੇ ਸਿਰ ਮੱਥੇ 'ਤੇ ਰੱਖਾਂਗਾ। ਇਹ ਕਹਿ ਕੇ ਭਾਈ ਲਹਿਣਾ ਜੀ ਕੁਝ ਪਿੱਛੇ ਨੂੰ ਚਲੇ ਗਏ। ਪ੍ਰਭੂ ਬਲੋਕ ਤਾਹੇ ਕੀ ਔਰੇ, ਕਹਿਓ ਕਿ ਉਚਰੈ ਬਚਨ ਬਹੋਰੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਵੱਲੇ ਵੇਖ ਰਹੇ ਨੇ ਕਿ ਭਾਈ ਲਹਿਣਾ ਜੀ ਪਿੱਛੇ ਨੂੰ ਜਾ ਰਹੇ ਨੇ, ਔਰ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਫਿਰ ਬਚਨ ਕਿਹਾ, ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਭਾਈ ਲਹਿਣਾ ਜੀ ਨੇ ਜਾ ਕੇ ਫਿਰ ਵਾਪਸ ਆ ਜਾਣਾ ਹੈ। ਜਦੋਂ ਪਿੱਛੇ ਨੂੰ ਤੁਰੇ, ਸਤਿਗੁਰੂ ਜੀ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ, ਭਾਈ ਪੁਰਖਾ ਹਟ ਜੇ ਪਿਖੈ ਨਾਇਨ ਇਤਲਾਵੈ, ਤੂੰ ਆਪਣਾ ਕੀਤਾ ਪਾਵੈ। ਕਿ ਭਾਈ ਲਹਿਣਾ ਜੇ ਤੂੰ ਪਿੱਛੇ ਪਰਤ ਕੇ ਦੇਖ ਲਿਆ, ਸਾਡੇ ਵੱਲੇ ਅੱਖਾਂ ਚੁੱਕ ਕੇ ਵੇਖ ਲਿਆ, ਤੇ ਫਿਰ ਇਹ ਸਮਝੇ ਕਿ ਆਪਣਾ ਕੀਤਾ ਤੂੰ ਆਪ ਹੀ ਪਾਏਗਾ, ਪਿੱਛੇ ਮੁੜ ਕੇ ਨਹੀਂ ਵੇਖਣਾ, ਤੂੰ ਚਲਾ ਜਾ। ਠਾਂਡ ਨਾ ਹੋਈਐ ਹਮਰੇ ਨੇਰੇ, ਭਾਜੇ ਜਹੋ ਨਾ ਆਵੋ ਫੇਰੇ। ਸਤਿਗੁਰੂ ਜੀ ਕਹਿੰਦੇ ਨੇ, ਪਿੱਛੇ ਕੁਛ ਦੂਰ ਜਾ ਕੇ ਖੜੇ ਨਹੀਂ ਹੋ ਜਾਣਾ, ਸਾਡੇ ਨੇੜੇ ਨਹੀਂ ਰਹਿਣਾ, ਭੱਜ ਜਾ ਇੱਥੋਂ, ਔਰ ਭੱਜੇ ਹੀ ਜਾ, ਵਾਪਸ ਪਰਤ ਕੇ ਆਉਣਾ ਵੀ ਨਹੀਂ ਇੱਧਰ। ਕਹਿੰਦੇ ਭਾਜੇ ਜਹੋ ਨਾ ਆਵੇ ਫੇਰੇ, ਫਿਰ ਪਰਤ ਕੇ ਇੱਧਰ ਨਹੀਂ ਆਉਣਾ, ਤੂੰ ਭੱਜ ਜਾ। ਬਚਨ ਸੁਣਤ ਲਹਿਣਾ ਤਬ ਧਾਇਓ, ਪਾਛੇ ਕੋ ਨਹਿ ਨੈਕ ਲਖਾਇਓ। ਸਤਿਗੁਰੂ ਜੀ ਦੇ ਬਚਨ ਜਦੋਂ ਪਿੱਛੋਂ ਦੀ ਸੁਣੇ, ਭਾਈ ਲਹਿਣਾ ਜੀ ਨੇ ਉਦੋਂ ਭੱਜਣਾ ਸ਼ੁਰੂ ਕਰ ਦਿੱਤਾ। ਫਿਰ ਐਸੇ ਭੱਜੇ ਕਿ ਪਿੱਛੇ ਪਰਤ ਕੇ ਨਹੀਂ ਦੇਖਿਆ, ਮੁੜ ਕੇ ਨਹੀਂ ਦੇਖਿਆ, ਤੇ ਭੱਜਦੇ ਹੋਏ ਧਰਮਸ਼ਾਲਾ ਤੱਕ ਭੱਜਦੇ ਹੋਏ ਗਏ ਨੇ। ਰਾਰ ਮਹਿ ਜਿਉ ਭਾਜੇ ਸੈਨ, ਸਭ ਕਟ ਗਈ ਆਇਓ ਸੁਧ ਦੈਨ। ਇਹ ਤੇ ਕਵੀ ਰਾਜ ਨੇ ਉਦਾਹਰਣ ਦਿੱਤੀ ਹੈ ਕਿ ਭਾਈ ਲਹਿਣਾ ਜੀ ਇਵੇਂ ਭੱਜੇ, ਜ਼ੋਰ ਦੇ ਨਾਲ ਭੱਜੇ ਤੇ ਭੱਜਦੇ ਹੀ ਰਹੇ ਕਿ ਜਿਵੇਂ ਕੋਈ ਸੈਨਾ ਹਾਰ ਗਈ ਹੋਵੇ, ਸੈਨਾ ਸਾਰੀ ਮੈਦਾਨ ਦੇ ਵਿੱਚ ਮਾਰੀ ਗਈ ਹੋਵੇ, ਤੇ ਉਸ ਰਾਜੇ ਦਾ ਦੂਤ ਜਿਹੜਾ ਦੌੜ ਕੇ ਭੱਜ ਕੇ ਕੋਈ ਸੁਨੇਹਾ ਦੇਣ ਵਾਸਤੇ ਆਉਂਦਾ ਹੋਵੇ। ਕਿਉਂਕਿ ਭਾਈ ਲਹਿਣਾ ਜੀ ਭਾਵੇਂ ਛੱਡ ਕੇ ਨਹੀਂ ਜਾਣਾ ਚਾਹੁੰਦੇ, ਪਰ ਗੁਰੂ ਸਾਹਿਬ ਦਾ ਹੁਕਮ ਸੀ ਕਿ ਭੱਜੇ ਜਾਣਾ, ਰੁਕਣਾ ਵੀ ਨਹੀਂ ਤੇ ਪਿੱਛੇ ਵੀ ਨਹੀਂ ਦੇਖਣਾ। ਤਿਉ ਲਹਿਣਾ ਦੋਰੇ ਪੁਰ ਆਵਾ, ਮਗ ਮੈਂ ਠਾਂਡ ਨਾ ਕਹੂੰ ਰਹਾਵਾ। ਕਹਿੰਦੇ ਭਾਈ ਲਹਿਣਾ ਜੀ ਉਸੇ ਤਰ੍ਹਾਂ ਫਿਰ ਭੱਜੇ ਆਏ, ਦੌੜੇ ਆਏ। ਉਹ ਜੰਗਲ ਤੋਂ ਲੈ ਕੇ ਕਰਤਾਰਪੁਰ ਸਾਹਿਬ ਧਰਮਸ਼ਾਲਾ ਤੱਕ ਕਿਤੇ ਵੀ ਰਾਹ ਦੇ ਵਿੱਚ ਰੁਕੇ ਨਹੀਂ। ਕੇਤਕ ਸਿੱਖ ਬੈਠੇ ਪੁਰ ਮਾਹੀ, ਜਿਨ ਕੋ ਮੋਹ ਸਦਨ ਧਨ ਨਾਹੀ।
ਉੱਥੇ ਨਗਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਕੁਝ ਕੁ ਸਿੱਧਕੀ ਸਿੱਖ ਹੋਰ ਬੈਠੇ ਸਨ, ਬਾਬਾ ਬੁੱਢਾ ਜੀ ਵਰਗੇ, ਭਾਈ ਜੋਧ ਜੀ ਵਰਗੇ, ਜਿਨ੍ਹਾਂ ਨੂੰ ਘਰ ਪਰਿਵਾਰ ਦਾ, ਸੰਸਾਰ ਦਾ ਬਿਲਕੁਲ ਮੋਹ ਨਹੀਂ। ਸੋ ਲਹਿਣੇ ਕੇ ਟਿਕ ਚਲੇ ਆਏ, ਪੂਛਤ ਕਸ ਤਵ ਹਾਲ ਬਿਹਾਏ। ਕਹਿੰਦੇ ਉਹ ਸਿੱਖ ਭਾਈ ਲਹਿਣੇ ਜਿਹਨੂੰ ਵੇਖ ਕੇ ਕਿ ਭਾਈ ਲਹਿਣਾ ਜੀ ਭੱਜੇ ਹੀ ਹੁੰਦਾ ਹੈ ਕਿ ਕੋਈ ਖੈਰ ਹੋਵੇ ਸਹੀ। ਕਹਿੰਦੇ ਭਾਈ ਲਹਿਣਾ ਜੀ ਨੂੰ ਪੁੱਛਣ ਵਾਸਤੇ ਆਏ ਕਿ ਭਾਈ ਲਹਿਣਾ ਜੀ, ਇਹ ਤੁਸੀਂ ਹਾਲੋ ਬੇਹਾਲ ਕਿਉਂ ਹੋਏ ਹੋ? ਕਿਉਂਕਿ ਭੱਜਦਾ ਹੋਇਆ ਨੂੰ ਪਸੀਨਾ ਵੀ ਆ ਗਿਆ ਹੈ, ਸਾਹ ਦੇ ਨਾਲ ਸਾਹਮਣੇ ਰਲ ਲਿਆ। ਸ਼ਰਮ ਸ਼ਿਕਰ ਆਨਣ ਪਰ ਆਏ, ਚੜਿਓ ਸੁਵਾਸ ਕਿਉਂ ਐਸੇ ਧਾਏ। ਕਹਿੰਦੇ ਬਾਬਾ ਬੁੱਢਾ ਜੀ ਪੁੱਛਦੇ ਨੇ ਕਿ ਲਹਿਣਾ ਜੀ ਥੱਕੇ ਹੋਏ ਹੋ, ਚਿਹਰੇ ਦੇ ਉੱਤੇ ਸਾਫ਼ ਜਿਹੜਾ ਪਸੀਨਾ ਹੈ ਉਹ ਚੋਰਿਆ ਹੈ, ਸਾਹ ਦੇ ਨਾਲ ਸਾਹ ਨਹੀਂ ਰਲ ਰਿਹਾ, ਤੇ ਤੁਹਾਡੀ ਹਾਲਤ ਕਿਉਂ ਹੋਈ ਹੈ? ਕੋਈ ਖੈਰ ਸੁੱਖ ਹੈ? ਦੀਜੈ ਸੁਤ ਸ੍ਰੀ ਗੁਰ ਕੀ ਜੈਸੇ, ਤੁਝ ਸੋ ਵਰਤੇ ਕਹੀਏ ਕੈਸੇ। ਕਹਿੰਦੇ ਸਿੱਖ ਵੀ ਪੁੱਛਣ ਵਾਸਤੇ ਥੋੜ੍ਹੇ ਜਿਹੇ ਉਤਾਵਲੇ ਹੋ ਗਏ ਕਿ ਹਾਂ ਭਾਈ ਲਹਿਣਾ ਜੀ ਦੱਸੋ ਪਹਿਲੋਂ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਖਬਰ ਸੁਣਾਓ, ਸੁੱਧ ਸੁਣਾਓ, ਤੇ ਫਿਰ ਤੁਹਾਡੇ ਨਾਲ ਕੀ ਬੀਤੀ, ਤੁਹਾਡੀ ਹਾਲਤ ਇਹ ਕਿਵੇਂ ਹੋ ਗਈ, ਆਪਣੇ ਬਾਰੇ ਵੀ ਸੁਣਾਓ। ਸੁਣ ਲਹਿਣੇ ਸਭ ਸਿੱਖ ਬਿਠਾਰੇ, ਹਿਤ ਸੋ ਤਿਨ ਕੇ ਚਰਨ ਪਖਾਰੇ। ਇਹ ਸੁਣ ਕੇ ਭਾਈ ਲਹਿਣਾ ਜੀ ਕਹਿੰਦੇ ਨੇ ਭਾਈ ਜਿੰਨੇ ਸਿੱਖ ਨੇ ਫਿਰ ਸਾਰਿਆਂ ਨੂੰ ਇਕੱਠੇ ਕਰ ਲਓ, ਕਿਉਂਕਿ ਫਿਰ ਸਾਰਿਆਂ ਨੂੰ ਦੱਸ ਦਿਆ। ਸਾਰੇ ਇਕੱਠੇ ਹੋਏ ਨੇ ਬੜੇ ਪਿਆਰ ਦੇ ਨਾਲ। ਪਹਿਲੋਂ ਤੇ ਭਾਈ ਲਹਿਣਾ ਜੀ ਨੇ ਚਰਨਾਂ, ਉਹਨਾਂ ਦੇ ਚਰਨਾਂ ਨੂੰ ਧੋਤਾ ਹੈ, ਫਿਰ ਆਪਣੇ ਚਰਨ ਧੋਤੇ ਨੇ, ਕੋਈ ਥਕਾਵਟ ਦੂਰ ਹੋਈ। ਲੱਗਿਓ ਸਮੂਦ ਕਰਨ ਗਤਵਾਨੀ, ਮ੍ਰਿਦਲ ਮਧੁਰ ਕਹੈ ਸੀਤਲ ਪਾਨੀ। ਫਿਰ ਭਾਈ ਲਹਿਣਾ ਜੀ ਮੁਕਤੀ ਦਾਤੇ ਸਤਿਗੁਰੂ ਦੇ ਬਾਰੇ ਦੱਸਣ ਲੱਗੇ, ਔਰ ਭਾਈ ਲਹਿਣਾ ਜੀ ਬੜੇ ਕੋਮਲ ਮਿੱਠੇ ਬਚਨ ਕਰਦੇ ਨੇ। ਔਰ ਅਸਲ ਵਿੱਚ ਭਾਈ ਲਹਿਣਾ ਜੀ ਉਦੋਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ। ਦੋਹਰਾ ਕਲੇ ਕਾਲ ਨਾਰ ਤਾਰਬੇ, ਰੂਪ ਧਰਾ ਕਰਤਾਰ। ਭਾਈ ਲਹਿਣਾ ਜੀ ਸਭ ਤੋਂ ਪਹਿਲੋਂ ਕਹਿੰਦੇ ਨੇ ਕਿ ਉਹ ਮੁਕਤੀ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਨਾ, ਸੁੱਧ ਲੈਣਾ ਚਾਹੁੰਦੇ ਹੋ, ਤੇ ਇਹ ਗੱਲ ਬਿਲਕੁਲ ਪੱਕੀ ਜਾਣ ਲਿਓ ਕਿ ਉਹ ਸਾਡੇ ਵਰਗੇ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ, ਸਾਨੂੰ ਉਤਾਰਨ ਵਾਸਤੇ ਇਸ ਸੰਸਾਰ ਦੇ ਵਿੱਚ ਰੱਬ ਨੇ ਆਪ ਰੂਪ ਧਾਰਨ ਕੀਤਾ ਹੈ, ਤੇ ਉਸ ਰੂਪ ਨੇ ਆਪਣਾ ਨਾਮ ਧੰਨ ਗੁਰੂ ਨਾਨਕ ਸਾਹਿਬ ਜੀ ਲਿਖਾਇਆ ਹੈ। ਨਹਿ ਮਨੁੱਖ ਸਮ ਜਾਣ ਕੈ ਭਰਮੋ ਹਿਰਦੇ ਮਝਾਰ। ਤੇ ਭਾਈ ਲਹਿਣਾ ਜੀ ਬੜੇ ਮਿੱਠੇ ਆਵਾਜ਼ ਵਿੱਚ ਕਹਿੰਦੇ ਨੇ, ਭਾਈ ਸਿੱਖੋ, ਗੁਰੂ ਨਾਨਕ ਦੇ ਸਿੱਖ ਹੋ ਨਾ, ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਆਮ ਮਨੁੱਖ ਨਾ ਸਮਝ ਲਿਆ ਜੀ। ਉਹਨਾਂ ਦੀ ਇਹ ਬਾਹਰ ਦੇ ਸਵਾਂਗ ਵੇਖ ਕੇ ਆਮ ਮਨੁੱਖਾਂ ਵਾਂਗੂ ਕਿਸੇ ਭਰਮ ਦੇ ਵਿੱਚ ਨਾ ਪੈ ਜਾਇਆ ਜੀ। ਸਿਰ ਪਰਮੇਸ਼ਰ ਕੋ ਅਵਤਾਰਾ, ਆਪਣ ਲਖੋ ਸੋ ਮੋਖ ਉਧਾਰਾ। ਭਾਈ ਲਹਿਣਾ ਜੀ ਕਹਿੰਦੇ ਨੇ ਕਿ ਉਹ ਪਰਮੇਸ਼ਰ ਦੇ ਅਵਤਾਰ ਨੇ, ਤੇ ਮੁਕਤੀ ਦਾ ਦਾਤਾ ਵੀ ਉਹਨਾਂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਸਰਬ ਨਰਣ ਕੇ ਪਰਖਣ ਹਿਤਾ, ਠੱਟਿਓ ਸਾਂਗ ਬੇਦੇ ਕੁਲ ਕੀਤਾ। ਭਾਈ ਲਹਿਣਾ ਜੀ ਕਹਿੰਦੇ ਨੇ, ਸਿੱਖੋ, ਗੁਰੂ ਸਾਹਿਬ ਜੀ ਨੇ ਸਾਡੇ ਸਿੱਖਾਂ ਦੀ, ਆਪਣੇ ਸਿੱਖਾਂ ਦੀ ਪਰਖ ਕਰਨ ਦੇ ਵਾਸਤੇ ਕਿ ਸਾਨੂੰ ਕਿੰਨਾ ਕੁ ਯਕੀਨ, ਭਰੋਸਾ ਕਿੰਨੇ, ਗੁਰੂ ਸਾਹਿਬ ਜੀ ਨੇ ਸਾਨੂੰ ਪਰਖਣ ਵਾਸਤੇ ਇਹ ਸਵਾਂਗ ਰਚਿਆ ਹੈ। ਹਮ ਤੁਮ ਵੇਚਿਓ ਜੀਵ ਅਗਾਰੀ, ਚਾਹੇ ਰਾਖੈ ਭਾਵੇਂ ਮਾਰੀ। ਭਾਈ ਲਹਿਣਾ ਜੀ ਸਣੇ ਆਪਣੇ ਕਹਿ ਰਹੇ ਨੇ, ਭਾਈ ਅਸੀਂ ਗੁਰੂ ਦੇ ਸਿੱਖ ਹਾਂ, ਆਪਾਂ ਤੇ ਆਪਣਾ ਆਪ ਗੁਰੂ ਨੂੰ ਵੇਚ ਦਿੱਤਾ ਹੈ ਨਾ, ਤੇ ਫਿਰ ਹੁਣ ਤੇ ਗੁਰੂ ਸਾਹਿਬ ਜੀ ਦੀ ਮਰਜ਼ੀ ਹੈ, ਉਹ ਸਾਨੂੰ ਭਾਵੇਂ ਰੱਖਣ ਤੇ ਭਾਵੇਂ ਮਾਰਨ। ਜਿਨ ਕੋ ਦੇ ਚੁਕੇ ਸਰਬੰਸਾ,
पुण तिनके कृत मैं क्या संसार। भाई लैणा जी कहते ने वीरो भरावो सिखो, ਜਿਹੜੇ ਗੁਰੂ ਨੂੰ ਅਸੀਂ ਆਪਣਾ ਸਰਬੰਸ ਹੀ ਦੇ ਚੁੱਕੇ, ਸਾਰਾ ਕੁਝ ਹੀ ਦੇ ਚੁੱਕੇ, ਸਾਡਾ ਆਪਣਾ ਕੁਝ ਰਿਹਾ ਹੀ ਨਹੀਂ, ਤੇ ਫਿਰ ਉਸ ਗੁਰੂ ਦੇ ਕਿਸੇ ਵੀ ਕਿਰਤ ਤੇ ਸ਼ੰਕਾ ਨਹੀਂ ਕਰਨਾ। ਉਹ ਜੋ ਕਰਨ ਉਹਨੂੰ ਸਤ ਬਚਨ ਕਰਕੇ ਮੰਨਣਾ ਹੈ। ਅਬ ਜੇ ਸ੍ਰੀ ਗੁਰ ਇਤ ਦਿਸ ਆਵੈ, ਔਰ ਸੰਗ ਕਰਕੇ ਦਿਖਰਾਵੈ। ਭਾਈ ਲਹਿਣਾ ਜੀ ਕਹਿੰਦੇ ਨੇ ਸਿੱਖੋ, ਜੇ ਗੁਰੂ ਸਾਹਿਬ ਜੀ ਹੋਣੇ ਤਾਂ ਰਹਣਗੇ, ਹੋ ਸਕਦਾ ਕੋਈ ਹੋਰ ਸਵਾਂਗ ਕਰਨ, ਤੇ ਜੇ ਕੋਈ ਹੋਰ ਸਵਾਂਗ ਕਰਕੇ ਸਾਨੂੰ ਵਿਖਾਉਣ ਵੀ। ਪਰਮੋ ਨਹਿ ਕੈਸੇ ਬਿਦ ਹੋਏ, ਸੇ ਜਾਏ ਜਾਵਣ ਦੇਹੁ ਸੋਏ। ਪਰ ਭਾਈ ਲਹਿਣਾ ਜੀ ਕਹਿੰਦੇ ਨੇ ਸਿੱਖੋ, ਭਰਮ ਵਿੱਚ ਨਾ ਪਿਆ ਜੇ ਸਵਾਂਗ ਵੇਖ ਕੇ। ਇੱਥੋਂ ਤੱਕ ਜੇ ਸਾਡਾ ਸਿਰ ਵੀ ਜਾਂਦਾ ਹੈ ਨਾ, ਤੇ ਸਿਰ ਵੀ ਭਾਵੇਂ ਚਲਾ ਜਾਏ, ਪਰ ਗੁਰੂ ਤੇ ਸ਼ੰਕਾ ਨਹੀਂ ਕਰਨੀ, ਭਰਮ ਦੇ ਵਿੱਚ ਨਹੀਂ ਪੈਣਾ। ਔਰ ਸਤਿਗੁਰੂ ਜੀ ਨੇ ਇਸ ਘਰ ਦੇ ਵਿੱਚ ਪ੍ਰੇਮ ਦੀ ਖੇਡ ਖੇਡੀ ਸਿਰਾਂ 'ਤੇ ਹੈ। ਇਹ ਪਾਵਨ ਬਚਨ ਕਹੇ ਨੇ, ਬਾਣੀ ਦੇ ਵਿੱਚ ਕਹੇ ਨੇ ਕਿ ਜੇ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੇ ਗਲੀ ਮੇਰੇ ਆਉ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ। ਭਾਈ ਲਹਿਣਾ ਜੀ ਕਹਿੰਦੇ ਨੇ ਭਾਈ ਸਿਰ ਜਾਂਦਾ ਤੇ ਬੇਸ਼ੱਕ ਚਲਾ ਜਾਏ, ਪਰ ਗੁਰੂ ਦੇ ਕਿਰਤ ਤੇ ਉਹਦੇ ਕੀਤੇ ਹੋਏ ਕਰਮਾਂ ਤੇ ਕਦੇ ਸ਼ੰਕਾ ਨਾ ਕਰਿਓ। ਭਈ ਯਾਦ ਤੇ ਪਰਖਣ ਰੀਤੀ, ਸ੍ਰੀ ਗੁਰੂ ਇਹ ਕੁਛ ਨਹੀਂ ਨਾ ਕੀਤੀ। ਭਾਈ ਲਹਿਣਾ ਜੀ ਕਹਿੰਦੇ ਨੇ ਇਹ ਤੇ ਆਦਿ ਤੋਂ ਸ਼ੁਰੂ ਤੋਂ ਲੈ ਕੇ ਚੱਲਦਾ ਹੈ ਕਿ ਰੱਬ ਨੇ ਆਪਣੇ ਸਿੱਖਾਂ ਦੀ ਭਗਤਾਂ ਦੀ ਬੜੀ ਪਰਖ ਕੀਤੀ ਹੈ, ਬੜੀਆਂ ਕਸੌਟੀਆਂ ਲਾਈਆਂ ਨੇ। ਤੇ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਕਸੌਟੇ ਲਾ ਰਹੇ ਨੇ, ਇਹਨਾਂ ਨੂੰ ਕੋਈ ਨਵੀਂ ਗੱਲ ਥੋੜ੍ਹੀ ਕੀਤੀ ਹੈ। ਇਹ ਤੇ ਸ਼ੁਰੂ ਤੋਂ ਰਹਿ ਕੇ ਪਰਮੇਸ਼ਰ ਆਪਣੇ ਭਗਤਾਂ ਦੀ ਪਰਖ ਕਰਦਾ ਹੀ ਆਇਆ ਹੈ। ਗਾਦ ਤਨੈ ਪਰਖਿਓ ਹਰ ਚੰਦਾ, ਸਤ ਨ ਡਿਗਿਓ ਲਿਓ ਪਰਮ ਆਨੰਦਾ। ਹੁਣ ਇਹ ਤਾਂ ਕੁਝ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਕਿ ਵਿਸ਼ਵਾਮਿੱਤਰ ਦੇ ਰਾਜਾ ਜਿਹੜਾ ਹਰੀਚੰਦ ਸੀ, ਉਹਦੇ ਵਿੱਚ ਪਰਖ ਕੀਤੀ ਸੀ ਕਿ ਹਰੀਚੰਦ ਜਿਹੜਾ ਸੀ ਉਹ ਡੋਲਿਆ ਨਹੀਂ ਸੀ ਆਪਣੇ ਸੱਤ ਤੋਂ। ਔਰ ਦੇਖੋ ਹਰੀਚੰਦ ਦੀ ਜਿਹਦੇ ਕਥਾ ਕਰੀਏ ਤੇ ਬੜੀ ਲੰਬੀ ਹੈ। ਇੱਥੋਂ ਤੱਕ ਕਹਿ ਲਈਏ ਕਿ ਹਰੀਚੰਦ ਨੇ ਹੁਕਮ ਮੰਨਿਆ। ਉਹ ਸ਼ਮਸ਼ਾਨਾਂ ਦੇ ਵਿੱਚ ਨੌਕਰੀ ਕਰਦਾ ਹੈ ਕਿ ਕਿਸੇ ਤੋਂ ਟਕਾ ਲੈ ਕੇ, ਪੈਸਾ ਲੈ ਕੇ ਫਿਰ ਸੰਸਕਾਰ ਕਰਨ ਦਿੰਦਾ ਹੈ। ਆਪਣਾ ਪੁੱਤਰ ਮਰਿਆ ਤੇ ਘਰ ਵਾਲੇ ਤੋਂ ਵੀ ਪੈਸੇ ਲੈ ਕੇ ਫਿਰ ਸੰਸਕਾਰ ਕਰਨ ਦਿੱਤਾ ਕਿ ਮੇਰੀ ਇਹ ਨੌਕਰੀ ਹੈ, ਮੇਰਾ ਧਰਮ ਹੈ। ਮੋਰ ਔਰ ਕਥਾ ਕਹਿ ਬਹੁ ਸਮਝ ਆਏ, ਤੀਨ ਮੁਹੂਰਤ ਜਬੈ ਬਿਤਾਏ। ਇਸ ਤਰ੍ਹਾਂ ਧੰਨ ਭਾਈ ਲਹਿਣਾ ਜੀ ਨੂੰ ਹੋਰ ਕਈ ਤਰ੍ਹਾਂ ਦੇ ਪ੍ਰਸੰਗ ਕਥਾ ਕਹਿ ਕੇ ਸਿੱਖਾਂ ਨੂੰ ਸਮਝਾਇਆ, ਉਪਦੇਸ਼ ਦਿੱਤਾ। ਭਈ ਜੇ ਸਿੱਖ ਹੋ ਤੇ ਫਿਰ ਗੁਰੂ ਤੇ ਸ਼ੱਕ ਕਦੇ ਨਾ ਕਰਿਓ। ਇਸ ਤਰ੍ਹਾਂ ਕਹਿੰਦੇ 3 ਮੁਹੂਰਤ 3 ਘੜੀਆਂ ਬਤੀਤ ਕੀਤੀਆਂ। ਤੇ ਸਿਨ ਚੱਲ ਆਏ ਸ੍ਰੀ ਨਾਨਕ, ਉੱਠੇ ਸਿੱਖ ਅਵਲੋਕ ਅਚਾਨਕ। ਇਹਨੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਵੀ ਆ ਗਏ, ਜਿਨ੍ਹਾਂ ਦਾ ਸ਼ਿਕਾਰੀਆਂ ਵਾਲਾ, ਜਿਨ੍ਹਾਂ ਨੇ ਪਹਿਰਾਵਾ ਪਾਇਆ, ਹੱਥ ਦੇ ਵਿੱਚ ਡੰਡਾ ਹੈ, ਲੱਕ ਦੇ ਨਾਲ ਜਿਨ੍ਹਾਂ ਨੇ ਛੁਰਾ ਬੰਨਿਆ ਹੋਇਆ ਹੈ। ਸਿੱਖ ਜਿਹੜੇ ਨੇ ਇੱਕਦਮ ਜਦੋਂ ਗੁਰੂ ਸਾਹਿਬ ਜੀ ਆਏ ਵੇਖ ਕੇ ਉੱਠ ਕੇ ਖਲੋ ਗਏ। ਬੰਦੇ ਹਾਥ ਬੰਦਨਾ ਕਰਹੀ, ਭੈ ਅਚਰਜਯੁਤ ਬਚ ਨ ਉਚਰਹੀ। ਸਿੱਖ ਉੱਠ ਕੇ ਖਲੋ ਗਏ, ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ। ਔਰ ਸਿੱਖ ਹੈਰਾਨ ਵੀ ਸਨ, ਕੁਝ ਡਰੇ ਹੋਏ ਵੀ ਸਨ, ਤੇ ਮੁੱਖ ਤੋਂ ਕੁਝ ਬੋਲ ਵੀ ਨਹੀਂ ਸਕਦੇ, ਬਸ ਹੱਥ ਜੋੜ ਕੇ ਨਮਸਕਾਰ ਕੀਤੀ। ਗੁਰ ਕੇ ਕਟ ਮਹਿ ਤਰੰਗ ਕੁਪੀਨ, ਕੁਲੈ ਸੇਸ ਪਰ ਕੁਤਕਾਲੀਨ। ਕਿਉਂਕਿ ਸਤਿਗੁਰੂ ਜੀ ਨੇ ਸ਼ਿਕਾਰੀਆਂ ਵਾਲਾ ਰੂਪ ਉਦੋਂ ਬਣਾਇਆ ਸੀ। ਇੱਕ ਉਹਨਾਂ ਨੇ ਲੰਗੋਟੀ ਬੰਨੀ ਸੀ, ਸਿਰ ਦੇ ਉੱਤੇ ਇੱਕ ਪੁੱਲਾ ਰੱਖਿਆ ਹੋਇਆ ਸੀ, ਹੱਥ ਦੇ ਵਿੱਚ ਇੱਕ ਵੱਡਾ ਸਾਰਾ ਡੰਡਾ ਫੜਿਆ ਸੀ, ਡਾਂਗ। ਔਰ ਕੁਦੂਲ ਨਾ ਉੱਪਰ ਕੋਈ, ਜਿਨ ਬਹੁ ਨਰ ਕੇ ਦੁਰਮਤ ਖੋਈ।
ਜਿਹੜੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਹੁਤੇ ਲੋਕਾਂ ਦੀ ਭੈੜੀ ਬਾਤ ਨੂੰ ਦੂਰ ਕੀਤਾ। ਉਹਨਾਂ ਨੇ ਇਹ ਸਵਾਂਗ ਬਣਾਇਆ, ਹੋਰ ਬਹੁਤੇ ਕੱਪੜੇ ਨਹੀਂ ਸਨ। ਲੰਗੋਟ ਬੰਨਿਆ ਸੀ, ਹੱਥ 'ਚ ਡੰਗੋਰੀ ਸੀ, ਲੱਕ ਦੇ ਨਾਲ ਉਹ ਜਿਹੜਾ ਛੁਰਾ ਬੰਨਿਆ ਹੋਇਆ ਸੀ। ਜਬ ਸਿੱਖ ਚਰਨਨ ਪਰ ਸਿਰ ਧਾਰੇ, ਕੁਤਕਾ ਏਕ ਪੇਠ ਮਹਿ ਮਾਰੇ। ਹੁਣ ਸਿੱਖ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਤੇ ਸਿਰ ਰੱਖ ਕੇ ਨਮਸਕਾਰ ਕਰਦੇ ਨੇ, ਜਿਹੜਾ ਵੀ ਆ ਕੇ ਮੱਥਾ ਟੇਕਦਾ ਹੈ, ਗੁਰੂ ਸਾਹਿਬ ਜੀ ਫਿਰ ਹੱਥ ਵਿੱਚ ਫੜੀ ਹੋਈ ਉਹ ਡਾਂਗ ਜਿਹੜੀ ਹੈ ਸੋਟਾ ਮਾਰਦੇ ਨੇ ਲੱਕ ਦੇ ਵਿੱਚ। ਅਚਰਜ ਪਏ ਤੂਸ਼ ਨਹੀਂ ਠਾਨੀ, ਅਲਖ ਗਤੇ ਕਛ ਜਾਏ ਨ ਜਾਨੀ। ਹੁਣ ਪਹਿਲੇ ਸਿੱਖ ਨੇ ਜਦੋਂ ਮੱਥਾ ਟੇਕਿਆ ਗੁਰੂ ਸਾਹਿਬ ਨੇ ਫਿਰ ਸੋਟਾ ਪਿਆਰ ਨਾਲ ਨਹੀਂ, ਫਿਰ ਚੰਗਾ ਵਾਹਵਾ ਮਾਰਿਆ। ਨਾਲੇ ਤੇ ਲੱਕ ਨੂੰ ਫੜੇ, ਨਾਲੇ ਵੇਖ ਕੇ ਬੜਾ ਹੈਰਾਨ ਹੋ ਗਏ, ਔਰ ਗੁਰੂ ਸਾਹਿਬ ਦੇ ਚਰਨਾਂ 'ਚ ਫਿਰ ਵੀ ਮੱਥਾ ਟੇਕਿਆ। ਗੁਰੂ ਸਾਹਿਬ ਦੀ ਗੱਤ ਨੂੰ ਜਾਣਿਆ ਨਹੀਂ ਜਾਂਦਾ ਕਿ ਅੱਜ ਸਤਿਗੁਰੂ ਜੀ ਡੰਡੇ ਵੀ ਮਾਰ ਰਹੇ ਨੇ। ਸਭ ਕੇ ਇਸੇ ਪ੍ਰਕਾਰ ਪ੍ਰਹਾਰੇ, ਬਹੁਰੋ ਸਿਰੇ ਮੁਖ ਬਚਨ ਉਚਾਰੇ। ਸਾਰਿਆਂ ਨੇ ਵਾਰੀ ਵਾਰੀ ਮੱਥਾ ਟੇਕਿਆ, ਔਰ ਗੁਰੂ ਸਾਹਿਬ ਨੇ ਸਾਰਿਆਂ ਦੇ ਲੱਕ ਦੇ ਵਿੱਚ ਫਿਰ ਉਹ ਡੰਡਾ ਜਿਹੜਾ ਦੋਵਾਂ ਹੱਥਾਂ ਨਾਲ ਮਾਰਿਆ। ਬਾਅਦ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ, ਦੋਹਰਾ ਕਿਉਂ ਬੈਠੇ ਤੁਮ ਕੌਣ ਹੋ, ਗਮਣੋ ਨਿਜ ਨਿਜ ਧਾਏ। ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਕਿਉਂ ਬੈਠੇ ਹੋ ਧਰਮਸ਼ਾਲਾ ਦੇ ਵਿੱਚ, ਤੁਸੀਂ ਹੈ ਕੌਣ ਹੋ? ਆਪਣੇ ਆਪਣੇ ਘਰਾਂ ਨੂੰ ਕਿਉਂ ਨਹੀਂ ਗਏ? ਚਲੇ ਜਾਓ ਆਪੋ ਆਪਣੇ ਘਰਾਂ। ਕਾਜ ਤੁਮਾਰੋ ਨਹਿ ਕਛੂ, ਤੂਰਣ ਨਿਕਸੋ ਧਾਏ। ਭਾਈ ਤੁਹਾਡਾ ਹੁਣ ਇੱਥੇ ਕੋਈ ਕੰਮ ਨਹੀਂ, ਛੇਤੀ ਨਿਕਲ ਜਾਓ, ਆਪੋ ਆਪਣੇ ਘਰਾਂ ਦੇ ਵਿੱਚ ਚਲੇ ਜਾਓ। ਡਰਤ ਜੋਰ ਕਰ ਸਿੱਖਣ ਭਾਖਾ, ਹਮ ਤੁਮਰੇ ਸਿੱਖ ਪੇ ਗਤ ਕੰਖਾ। ਕਹਿੰਦੇ ਡਰਦੇ ਹੋਏ ਕੁਝ ਸਿੱਖਾਂ ਨੇ ਹੱਥ ਜੋੜੇ, ਤੇ ਹੱਥ ਜੋੜ ਕੇ ਕੰਬਦੇ ਹੋਏ ਬੋਲਾਂ ਨਾਲ ਬੋਲ ਕੇ ਕਹਿੰਦੇ ਨੇ, ਹੇ ਮੁਕਤੀ ਦੇ ਦਾਤੇ ਸਤਿਗੁਰੂ, ਅਸੀਂ ਤੁਹਾਡੇ ਸਿੱਖ ਹਾਂ। ਜਬ ਹੈ ਸਿੱਖ ਕੋ ਨਾਮ ਸੋ ਲਈ, ਕੁਤਕਾ ਏਕ ਪੇਠ ਮਹਿ ਦੇਈ। ਤੇ ਜਿਹੜਾ ਹੀ ਬੋਲ ਕੇ ਕਹਿੰਦੇ ਨੇ ਅਸੀਂ ਤੁਹਾਡੇ ਸਿੱਖ ਹਾਂ, ਜਦੋਂ ਸਿੱਖ ਕਹਿੰਦਾ ਗੁਰੂ ਸਾਹਿਬ ਜੀ ਉਦੋਂ ਡੰਡਾ ਇੱਕ ਹੋਰ ਮਾਰ ਦਿੰਦੇ ਨੇ। ਕਿਹੜਾ ਸਿੱਖ ਹੋਏ? ਅਸਗਤ ਸ੍ਰੀ ਗੁਰ ਕੇ ਸਭ ਦੇਖਾ, ਭਾਖੇ ਮਨ ਪੈ ਭਇਓ ਗੁਸਿੱਖਾ। ਸਤਿਗੁਰੂ ਜਿਸ ਹਾਲਤ ਨੂੰ ਵੇਖਿਆ ਸਾਰਿਆਂ ਨੇ, ਪਰ ਸਮਝ ਕੋਈ ਨਹੀਂ ਆਈ। ਬਹੁਤ ਜਿਹੜੇ ਨੇ ਉਹ ਕਈ ਵਿੱਚੋਂ, ਥੋੜਿਆਂ ਦੇ ਵਿੱਚੋਂ ਕਈ ਤੇ ਭੱਜ ਉੱਠੇ ਕਿ ਹੁਣ ਤੇ ਗੱਲ ਡੰਡਿਆਂ ਤੱਕ ਆ ਗਈ। ਔਰ ਉਹ ਜਿਹੜੇ ਮਾੜੇ ਮੋਟੇ ਪਹਿਲੋਂ ਅੱਗੇ ਪਿੱਛੇ ਗੱਲਾਂ ਕਰਦੇ ਸਨ ਕਿ ਗੁਰੂ ਸਾਹਿਬ ਜੀ ਸ਼ਾਇਦ ਹੁਣ ਦੀਵਾਨੇ ਹੋ ਗਏ, ਉਹਨਾਂ ਨੂੰ ਲੱਗਿਆ ਕਿ ਸੱਚਮੁੱਚ ਹੀ ਦੀਵਾਨੇ ਹੋ ਗਏ। ਹੁਣ ਤੇ ਇਹਨਾਂ ਨੂੰ ਪਛਾਣ ਹੀ ਨਹੀਂ, ਪੁੱਛਦੇ ਨੇ ਤੁਸੀਂ ਕੌਣ ਹੋ, ਕਿਹੜਾ ਸਿੱਖ ਹੈ? ਜਿਹੜਾ ਕਹਿੰਦਾ ਸਿੱਖ ਉਹਦੇ ਸਿਰ 'ਚ ਡੰਡਾ ਮਾਰਦੇ ਨੇ, ਉਹਦੇ ਲੱਕ 'ਚ ਡੰਡਾ ਮਾਰਦੇ ਨੇ। ਏਕਦ ਹੀ ਬੈਠੇ ਰਹਿ ਗਏ, 300 ਪੁੰਨ ਪੁੱਛਦ ਪ੍ਰਭੂ ਭਏ। ਉਹਨਾਂ ਥੋੜਿਆਂ ਵਿੱਚੋਂ ਵੀ ਥੋੜ੍ਹੇ ਜਿਹੇ ਰਹਿ ਗਏ। ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਫਿਰ ਪੁੱਛਣ ਲੱਗੇ, ਕਬ ਕੇ ਸਿੱਖ ਬਣੇ ਹੋ ਮੇਰੇ, ਦੇਹੋ ਬਤਾਏ ਨਾ ਲਾਵੋ ਤੇਰੇ। ਸਤਿਗੁਰੂ ਕਹਿੰਦੇ ਭਾਈ ਤੁਸੀਂ ਮੇਰੇ ਸਿੱਖ ਕਦੋਂ ਤੋਂ ਬਣ ਗਏ ਹੋ? ਛੇਤੀ ਦੱਸੋ, ਢੇਰ ਨਾ ਲਾਓ, ਕਦੋਂ ਤੋਂ ਸਿੱਖ ਬਣੇ ਹੋ? ਸੁਣ ਕੈ ਸਿੱਖਣ ਬੈਣ ਅਲਾਏ, ਹੈ ਤਬ ਕੇ ਜਬ ਆਪ ਬਣਾਏ। ਹੁਣ ਜੇ ਸਾਡੇ ਵਰਗਿਆਂ ਨੂੰ ਪੁੱਛਣ, ਸਾਡੀ ਮੱਤ ਹੀ ਇੰਨੀ ਕੁ ਹੈ, ਅਸੀਂ ਕਹਿ ਦੇਣਾ ਕਿ 10 ਸਾਲ ਹੋ ਗਏ, 20 ਸਾਲ ਹੋ ਗਏ, 50 ਸਾਲ ਹੋ ਗਏ। ਪਰ ਗੁਰੂ ਕੇ ਭਰੋਸੇ ਵਾਲੇ ਸਿੱਖ ਜਿਹੜੇ ਬੈਠੇ ਨੇ ਕਹਿੰਦੇ ਸਤਿਗੁਰੂ ਜੀ ਜਦੋਂ ਤੋਂ ਤੁਸੀਂ ਸਿੱਖ ਬਣਾਇਆ ਹੈ, ਬਸ ਉਦੋਂ ਤੋਂ ਤੁਹਾਡੇ ਸਿੱਖ, ਆਪਣੇ ਆਪ ਨਹੀਂ ਬਣੇ। ਤੁਸੀਂ ਬਣਾਇਆ ਤੇ ਤੁਹਾਡੇ ਸਿੱਖ ਉਦੋਂ ਤੋਂ ਬਣੇ ਜਦੋਂ ਤੁਸੀਂ ਬਣਾਇਆ ਹੈ। ਰਾਵਰ ਕੋ ਪ੍ਰਵਾਹ ਨ ਕੋਈ, ਸ਼ਰਨ ਪਰੇ ਹਮ ਚਾਹੇ ਦੁੱਖ ਕੋਈ। ਸਤਿਗੁਰੂ ਜੀ ਤੁਸੀਂ ਬੇਪਰਵਾਹ ਹੋ, ਔਰ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪਣੇ ਜਨਮ ਮਰਨ ਦੇ ਦੁੱਖ ਕੱਟਣ ਵਾਸਤੇ ਆਏ ਹਾਂ। ਕਹਤੇ ਕੰਬੈ ਬਚਨ ਨ ਆਵੈ, ਤੇਜ ਦਿਪਤ ਸੋ ਸਹਿਬ ਨ ਜਾਵੈ। ਅੱਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਵੀ ਬਚਨ ਕਰਦੇ ਨੇ,
ਉਹ ਵੀਰ ਰਸੀ ਆਵਾਜ਼ ਦੇ ਵਿੱਚ ਕਰਦੇ ਨੇ। ਔਰ ਗੁਰੂ ਸਾਹਿਬ ਦੇ ਚਿਹਰੇ ਦੇ ਉੱਤੇ ਤੇਜ ਪ੍ਰਤਾਪ ਵੀ ਇੰਨਾ ਹੈ ਕਿ ਜਿੰਦੇ ਤੋਂ ਗੁਰੂ ਸਾਹਿਬ ਜੀ ਪੁੱਛਦੇ ਨੇ ਬੋਲੇ ਹੀ ਨਹੀਂ ਜਾਂਦਾ, ਸਾਹਮਣੇ ਵੇਖੇ ਨਹੀਂ ਜਾਂਦਾ, ਕੰਬਦੇ ਹੋਏ ਬੁੱਲ੍ਹਾਂ ਨਾਲ ਬੋਲ ਕੇ ਹੌਲੀ ਹੌਲੀ ਬੋਲ ਕੇ ਦੱਸਦੇ ਨੇ। ਸੁਣੇ ਪ੍ਰਭੂ ਪੁਨ ਕੁਤਕਾ ਮਾਰੇ, ਭਾਗੇ ਸਿੱਖ ਨਾ ਧੀਰ ਸੰਭਾਰੇ। ਜਦੋਂ ਕਹਿੰਦੇ ਨੇ ਕਿ ਜਦੋਂ ਤੋਂ ਤੁਸੀਂ ਸਿੱਖ ਬਣਾਇਆ, ਅਸੀਂ ਉਦੋਂ ਤੋਂ ਸਿੱਖ ਬਣੇ। ਜਦੋਂ ਸਿੱਖ ਕਹਿੰਦੇ ਨੇ, ਗੁਰੂ ਸਾਹਿਬ ਜੀ ਉਸੇ ਵੇਲੇ ਫਿਰ ਡੰਡਾ ਮਾਰਦੇ ਨੇ। ਉਹਨਾਂ ਵਿੱਚੋਂ ਵੀ ਅੱਧੇ ਕੁ ਜਿਹੜੇ ਸੀ ਹੋਰ ਹੌਸਲਾ ਛੱਡ ਗਏ, ਉਹ ਵੀ ਭੱਜ ਗਏ। ਕੁਤਕਾ ਲੱਗੇ ਹੋਏ ਤਨ ਪੀਰ, ਢਿੱਗ ਤੇ ਭਾਗੈ ਹੋਏ ਅਧੀਰ। ਕਿਉਂਕਿ ਗੁਰੂ ਸਾਹਿਬ ਜੀ ਉਹ ਕੁਤਕਾ ਜਿਹੜਾ ਮਾਰਦੇ ਨੇ, ਡੰਡਾ ਮਾਰਦੇ ਨੇ, ਹੌਲੀ ਜਿਹੀ ਨਹੀਂ ਮਾਰਦੇ। ਜਦੋਂ ਮਾਰਦੇ ਨੇ ਸਰੀਰ ਨੂੰ ਪੀੜ ਹੁੰਦੀ ਹੈ। ਕਹਿੰਦੇ ਕਈ ਹੌਸਲਾ ਛੱਡ ਕੇ ਅਧੀਰ ਹੋ ਗਏ, ਉਹ ਉੱਥੇ ਨਹੀਂ ਰੁਕੇ, ਉਹ ਵੀ ਭੱਜ ਗਏ। ਥੋਰੇ ਹੀ ਬੈਠੇ ਜਬ ਰਹੇ, ਤਿੰਨ ਪ੍ਰਤ ਸ੍ਰੀ ਗੁਰ ਅਸ ਬਜ ਕਹੇ। ਬਸ ਉਹਨਾਂ ਵਿੱਚੋਂ ਵੀ ਕੁਝ ਸਿੱਧਕੀ ਸਿੱਖ ਰਹਿ ਗਏ, ਜਿਨ੍ਹਾਂ ਵਿੱਚ ਭਾਈ ਲਹਿਣਾ ਜੀ ਨੇ, ਬਾਬਾ ਬੁੱਢਾ ਜੀ ਨੇ, ਭਾਈ ਜੋਧ ਜੀ ਨੇ। ਕੁਝ ਕੁ ਗਿਣਤੀ ਦੇ ਸਿੱਖ ਰਹਿ ਗਏ ਕਿ ਜਿਹੜੇ ਡੰਡੇ ਖਾ ਕੇ ਵੀ ਨਹੀਂ ਗਏ, ਬੈਠੇ ਰਹਿ ਗਏ। ਹੁਣ ਸਤਿਗੁਰੂ ਜੀ ਉਹਨਾਂ ਨੂੰ ਫਿਰ ਬਚਨ ਕਰਦੇ ਨੇ, ਜੇ ਤੁਮ ਸਿੱਖ ਬਣੇ ਹੋ ਮੇਰੇ, ਆਇਸ ਮਾਨੋ ਕਰੋ ਨਾ ਤੇਰੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜੇ ਸੱਚਮੁੱਚ ਮੇਰੇ ਸਿੱਖ ਬਣੇ ਹੋ ਨਾ, ਤੇ ਫਿਰ ਸਾਡੀ ਆਗਿਆ ਮੰਨੋ। ਔਰ ਸਾਡੀ ਆਗਿਆ ਮੰਨਣ ਵਿੱਚ ਦੇਰ ਨਹੀਂ ਲਾਉਣੀ, ਛੇਤੀ ਦੇ ਨਾਲ ਮੰਨ ਲੈਣੀ ਹੈ। ਸਿੱਖ ਕਹਿੰਦੇ ਨੇ ਸਤ ਬਚਨ ਜੀ ਹੁਕਮ ਕਰੋ। ਉੱਠਿਆ ਉਹ ਸਭ ਮੋਰ ਪਿਛੇਰੇ, ਕਹਿਓ ਗਮਣੇ ਗੁਰੂ ਅਗੇਰੇ। ਸਤਿਗੁਰੂ ਕਹਿੰਦੇ ਨੇ ਫਿਰ ਜਿਹੜੇ ਸਿੱਖ ਨੇ ਨਾ, ਉਹ ਉੱਠ ਕੇ ਮੇਰੇ ਪਿੱਛੇ ਪਿੱਛੇ ਆ ਜਾਓ। ਇਹ ਕਹਿ ਕੇ ਗੁਰੂ ਸਾਹਿਬ ਜੀ ਇੱਕਦਮ ਤੇਜ਼ੀ ਨਾਲ ਫਿਰ ਜੰਗਲ ਵਾਲੇ ਪਾਸੇ ਨੂੰ ਚੱਲ ਪਏ। ਜੇਤਕ ਰਹੇ ਸਿੱਖ ਤਹਿ ਥਾਈ, ਚਕਤ ਜਾਕਤ ਸੋ ਪਿੱਛੇ ਜਾਹੀ। ਕਹਿੰਦੇ ਜਿੰਨੇ ਕੁ ਸਿੱਖ ਬਾਕੀ ਬਚੇ ਸਨ, ਗੁਰੂ ਸਾਹਿਬ ਦਾ ਹੁਕਮ ਮੰਨਿਆ, ਉਸੇ ਵੇਲੇ ਗੁਰੂ ਸਾਹਿਬ ਜੀ ਅੱਗੇ ਅੱਗੇ ਚੱਲ ਪਏ। ਉਹ ਸਿੱਖ ਜਿਹੜੇ ਨੇ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਏ। ਪਰ ਕਣਹਿਤ ਸਿੱਖੀ ਤਬੈ, ਸਾਂਗ ਆਰੰਭਿਓ ਪੂਰ। ਹੁਣ ਕਵੀ ਰਾਜ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਹੋਰ ਜਿਹੜੇ ਸਿੱਖੀ ਦੀ ਪਰਖ ਵਿੱਚੋਂ ਥੋੜ੍ਹੇ ਜਿਹੇ ਸਿੱਖ ਬਚੇ ਨੇ, ਉਹਨਾਂ ਦੀ ਸਿੱਖੀ ਨੂੰ ਪਰਖਣ ਵਾਸਤੇ ਗੁਰੂ ਸਾਹਿਬ ਜੀ ਨੇ ਇੱਕ ਬੜਾ ਵੱਡਾ ਸਵਾਂਗ ਹੁਣ ਹੋਰ ਰਚਿਆ। ਸੋਏ ਸਾਬਤ ਰਹਿ ਸਕੈ, ਜਿਸ ਪਰ ਕਰਨਾ ਤੂਰ। ਔਰ ਗੁਰੂ ਦੇ ਇਸ ਕਸੌਟੀ 'ਤੇ ਸਾਬਤ ਹੀ ਰਹਿ ਸਕਦਾ ਹੈ ਕਿ ਸੱਚਮੁੱਚ ਜਿੰਦੇ 'ਤੇ ਗੁਰੂ ਦੀ ਕਿਰਪਾ ਹੋਵੇ। ਦੇਖੋ ਅੱਜ ਜਦੋਂ ਆਪਾਂ ਗੁਰੂ ਦੇ ਕੋਲ ਆ ਕੇ ਇਹ ਮੰਗਾਂ ਰੱਖਦੇ ਹਾਂ ਨਾ, ਭਾਵੇਂ ਉਹਨੂੰ ਕਈ ਵਾਰੀ ਬੇਨਤੀ ਕੀਤੀ ਆਪਾਂ ਨਾ ਦੇ ਦਿੰਦੇ ਅਰਦਾਸ ਦਾ ਕਿ ਸਤਿਗੁਰੂ ਜੀ ਸਾਡਾ ਇਹ ਕੰਮ ਹੋ ਜੇ, ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੇ, ਇਹ ਕੰਮ ਹੋ ਜੇ ਅਖੰਡ ਪਾਠ ਸਾਹਿਬ ਕਰਾਵਾਂਗੇ, ਹੈ ਤੇ ਸ਼ਰਤ ਨਾ। ਇਹ ਆਪਾਂ ਗੁਰੂ ਨੂੰ ਕਸੌਟੀ ਲਾਉਂਦੇ ਕਿ ਸਾਡਾ ਇਹ ਕੰਮ ਹੋ ਜੇ ਤੇ ਤਾਂ ਅਸੀਂ ਗੁਰੂ ਮੰਨਾਂਗੇ। ਪਰ ਜਦੋਂ ਗੁਰੂ ਕਸੌਟੀ ਲਾਏ ਨਾ, ਤੇ ਫਿਰ ਉਸ ਕਸੌਟੀ 'ਤੇ ਖਰਾ ਉਤਰਨਾ ਬੜਾ ਔਖਾ ਹੈ। ਗੁਰੂ ਦੇ ਨਾਲ ਲਿਖੇ ਨਾ ਕਰੀਏ, ਕੇਵਲ ਅਰਦਾਸ ਕਰੀਏ। ਹੁਣ ਸਤਿਗੁਰੂ ਜੀ ਨੇ ਵੱਡਾ ਸਵਾਂਗ ਬਣਾਇਆ ਹੈ, ਤੇ ਇਸ ਕਸੌਟੀ ਤੋਂ ਪਾਰ ਕੋਈ ਉਤਰੇਗਾ ਜਿਹਦੇ 'ਤੇ ਗੁਰੂ ਸਾਹਿਬ ਦੀ ਕਿਰਪਾ ਹੋਏਗੀ। ਹੋਤੇ ਜੋ ਦੂਰ ਉਜਾੜ ਵਿਸਾਲਾ, ਪਹੁੰਚੇ ਨੇ ਸਿੱਖ ਸੰਗ ਕਿਰਪਾਲਾ। ਜੰਗਲ ਵਿੱਚ ਜਿੱਥੇ ਵੱਡੇ ਉਜਾੜ ਸੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਲੈ ਕੇ ਉੱਥੇ ਪਹੁੰਚੇ ਨੇ। ਤਹਾਂ ਸਿਰੇ ਪਰ ਸਭ ਇਵ ਦੇਖਾ, ਉੱਪਰ ਅੰਬਰ ਛੇਤ ਵਿਸਿਖਾ। ਤੇ ਉਜਾੜ ਦੇ ਵਿੱਚ ਕੀ ਵੇਖਿਆ? ਇੱਕ ਲਾਸ਼ ਪਈ ਹੈ, ਇੱਕ ਮਾਨਸ ਦੀ, ਮਨੁੱਖ ਦੀ ਲਾਸ਼ ਪਈ ਹੈ, ਜਿਹਦੇ ਉੱਤੇ ਸਫੇਦ ਚਿੱਟਾ ਕੱਪੜਾ ਪਾਇਆ ਹੋਇਆ ਹੈ। ਕੇਤਕ ਕਾਸ਼ਟ ਪਰੇ ਸਮੀਪਾ, ਪਏ ਠਾਂਡ ਬੇਦੇ ਕੁਲ ਦੀਪਾ। ਕੁਝ ਲੱਕੜਾਂ ਕੋਲ ਪਈਆਂ ਨੇ ਕਿ ਜਿਵੇਂ ਕਿਸੇ ਨੇ ਸੰਸਕਾਰ ਕਰਨ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ ਨੇ, ਲਾਸ਼ ਨੂੰ ਇੱਥੇ ਰੱਖ ਕੇ
ਕਿ ਸ਼ਾਇਦ ਕੋਈ ਹੋਰ ਸਮੱਗਰੀ ਲੈਣ ਚਲਾ ਗਿਆ ਹੋਵੇ। ਇਵੇਂ ਦੀ ਲਾਸ਼ ਪਈ, ਲੱਕੜਾਂ ਕੋਲ ਪਈਆਂ ਨੇ ਕਿ ਜਿਵੇਂ ਸੰਸਕਾਰ ਕਰਨ ਲਈ ਤਿਆਰੀ ਕੀਤੀ ਪਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਉਸ ਲਾਸ਼ ਦੇ ਕੋਲ ਖਲੋ ਕੇ ਨੇ। ਸਰਬ ਸਿੱਖ ਤਬ ਆਨ ਪਹੁੰਚੇ, ਤਿਨੇ ਸੁਣਾਏ ਭਣੇ ਬਚੇ ਉੱਚੇ। ਜਿਹੜੇ ਸਿੱਖ ਪਿੱਛੇ ਪਿੱਛੇ ਚੱਲੇ ਹੁੰਦੇ ਸਨ, ਗੁਰੂ ਸਾਹਿਬ ਜੀ ਤੇਜ਼ ਬੜੀ ਚੱਲੇ। ਕਹਿੰਦੇ ਉੱਥੇ ਗੁਰੂ ਸਾਹਿਬ ਜੀ ਖੜੇ ਨੇ, ਸਿੱਖ ਵੀ ਆ ਕੇ ਪਹੁੰਚ ਗਏ। ਤੇ ਜਦੋਂ ਲਾਸ਼ ਦੇ ਕੋਲ ਸਿੱਖ ਆਏ ਨੇ, ਵੇਖ ਵੀ ਰਹੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਉੱਚੀ ਆਵਾਜ਼ ਦੇ ਵਿੱਚ ਕਿਹਾ ਹੈ, ਜੇ ਤੁਮ ਹਮਰੇ ਸਿੱਖ ਕਹਾਵੋ, ਮਾਨੋ ਬਚਨ ਨਾ ਸਦਨ ਸਿਧਾਵੋ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਜੇ ਸੱਚਮੁੱਚ ਮੇਰੇ ਸਿੱਖ ਤੁਸੀਂ ਅਖਵਾਉਂਦੇ ਹੋ ਨਾ, ਜੇ ਮੇਰੇ ਸਿੱਖ ਹੋ ਤੇ ਫਿਰ ਹੁਣ ਮੇਰਾ ਬਚਨ ਮੰਨ ਲਿਆ ਜੇ, ਹੁਣ ਘਰ ਨੂੰ ਨਾ ਜਾਇਆ ਜੇ। ਹੁਣ ਮੈਂ ਤੁਹਾਨੂੰ ਕਹਿੰਦਾ, ਪਹਿਲੋਂ ਮੈਂ ਕਹਿ ਰਿਹਾ ਸੀ ਕਿ ਚਲੇ ਜਾਓ ਘਰਾਂ ਨੂੰ, ਹੁਣ ਸਾਡਾ ਹੁਕਮ ਹੈ ਕਿ ਘਰਾਂ ਨੂੰ ਨਾ ਜਾਇਓ, ਸਾਡਾ ਬਚਨ ਮੰਨ ਲਿਓ। ਹੁਣ ਇੱਥੇ ਗੁਰੂ ਸਾਹਿਬ ਨੇ ਜੋ ਬਚਨ ਕਰਨਾ ਹੈ ਉਹ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।